ਡੀਅਰ ਸਟੂਡੈਂਟਸ, ਲਾਸਟ ਕਲਾਸ ਦੇ ਵਿੱਚ ਅਸੀਂ 3 ਸੈਕਟਰ ਮਾਡਲ ਡਿਸਕਸ ਕੀਤਾ ਸੀਗਾ ਤੇ 3 ਸੈਕਟਰ ਮਾਡਲ ਬਾਰੇ ਮੈਂ ਤੁਹਾਨੂੰ ਦੱਸ ਦਿੱਤਾ ਸੀਗਾ ਕਿ 3 ਸੈਕਟਰ ਮਾਡਲ ਜਿਹੜਾ ਕੀ ਹੁੰਦਾ ਹੈ, ਕਿਵੇਂ 3 ਸੈਕਟਰ ਜਿਹੜੇ ਆ ਉਹਨਾਂ ਦਾ ਆਪਸ ਦੇ ਵਿੱਚ ਇਨਕਮ ਦਾ ਫਲੋ ਚੱਲਦਾ ਹੈ। ਅੱਜ ਜਿਹੜਾ ਸਾਡਾ ਟੌਪਿਕ ਹੈ ਉਹ ਹੈ 4 ਸੈਕਟਰ ਮਾਡਲ। 4 ਸੈਕਟਰ ਮਾਡਲ ਹੈ ਸਾਡੇ ਕੋਲ ਜਦੋਂ ਸਾਡੇ ਕੋਲ 4 ਸੈਕਟਰ ਇਨਕਲੂਡ ਹੁੰਦੇ ਆ। ਜਦੋਂ 3 ਸੈਕਟਰ ਮਾਡਲ ਕੀਤਾ ਸੀਗਾ ਉਹਦੇ ਵਿੱਚ ਸਾਡੇ ਕੋਲ ਹਾਊਸ ਹੋਲਡ ਸੈਕਟਰ, ਪ੍ਰੋਡਿਊਸਰ ਸੈਕਟਰ ਤੇ ਗਵਰਨਮੈਂਟ ਸੈਕਟਰ ਸੀਗਾ ਤੇ ਹੁਣ ਸਾਡੇ ਕੋਲ ਇੱਕ ਚੌਥਾ ਹੋਰ ਸੈਕਟਰ ਇਨਕਲੂਡ ਹੋਏਗਾ ਜੋ ਹੈ ਸਾਡਾ ਰੈਸਟ ਆਫ ਦੀ ਵਰਲਡ ਜਾਂ ਆਪਾਂ ਉਹਨੂੰ ਐਕਸਟਰਨਲ ਸੈਕਟਰ ਵੀ ਬੋਲਦੇ ਹਾਂ। ਤੇ ਐਕਸਟਰਨਲ ਸੈਕਟਰ ਜਿਹੜਾ ਹੈ ਜਾਂ ਰੈਸਟ ਆਫ ਦੀ ਵਰਲਡ ਸੈਕਟਰ ਹੈ ਜਿਹੜਾ ਕਿ ਸਾਡੀ ਕੰਟਰੀ ਤੋਂ ਬਾਹਰ ਹੁੰਦਾ ਹੈ। ਠੀਕ ਹੈ, ਦੇਖੋ 3 ਸੈਕਟਰ ਮਾਡਲ ਜਿੱਥੋਂ ਤੱਕ ਆਪਾਂ ਕੀਤਾ ਸੀਗਾ, ਫਸਟ ਹਾਊਸ ਹੋਲਡ ਸੈਕਟਰ, ਪ੍ਰੋਡਿਊਸਰ ਸੈਕਟਰ, ਗਵਰਨਮੈਂਟ ਸੈਕਟਰ ਤੇ ਚੌਥਾ ਸੈਕਟਰ ਸਾਡੇ ਕੋਲ ਰੈਸਟ ਆਫ ਦੀ ਵਰਲਡ ਜਾਂ ਐਕਸਟਰਨਲ ਸੈਕਟਰ ਹੈ। ਤੇ 3 ਸੈਕਟਰ ਮਾਡਲ ਤੱਕ ਇਹ ਸਾਰਾ ਕੁਐਸਚਨ ਜਿਹੜਾ ਹੈ ਸੇਮ ਰਹੇਗਾ, ਸੇਮ ਫਲੋ ਰਹੇਗਾ ਇਨਕਮ ਦਾ। ਹੁਣ ਆਪਾਂ ਡਿਸਕਸ ਕਰਨਾ ਹੈ 4th ਸੈਕਟਰ ਮਾਡਲ ਦੇ ਨਾਲ ਸਾਡਾ ਕੀ ਸੰਬੰਧ ਹੈ। ਠੀਕ ਹੈ, ਹਾਊਸ ਹੋਲਡ ਸੈਕਟਰ ਦਾ ਰੈਸਟ ਆਫ ਦੀ ਵਰਲਡ ਦੇ ਨਾਲ ਕੀ ਹੈ, ਪ੍ਰੋਡਿਊਸਰ ਸੈਕਟਰ ਦਾ ਰੈਸਟ ਆਫ ਦੀ ਵਰਲਡ ਦੇ ਨਾਲ ਕੀ ਹੈ। ਪਹਿਲਾਂ ਆਪਾਂ ਹਾਊਸ ਹੋਲਡ ਦਾ ਦੇਖਦੇ ਹਾਂ। ਦੇਖੋ ਹਾਊਸ ਹੋਲਡ ਸੈਕਟਰ ਜਿਹੜਾ ਹੈ ਉਹ ਜਿਹੜਾ ਸਾਡਾ ਐਕਸਟਰਨਲ ਸੈਕਟਰ ਹੈ, ਰੈਸਟ ਆਫ ਦੀ ਵਰਲਡ ਬਾਕੀ ਵਿਸ਼ਵ ਖੇਤਰ ਹੈ, ਉਹਦੇ ਨਾਲ ਕੀ ਸੰਬੰਧ ਹੈ ਕਿ ਬਾਕੀ ਵਿਸ਼ਵ ਖੇਤਰ ਜਿਹੜਾ ਹੈ ਨੈਟ ਫੈਕਟਰ ਇਨਕਮ ਜਿਹੜੀਆਂ ਹੈ ਪੇ ਕਰਦਾ ਹੈ। ਕਿਹਨਾਂ ਨੂੰ ਪੇ ਕਰਦਾ ਹੈ? ਹਾਊਸ ਹੋਲਡ ਸੈਕਟਰ ਨੂੰ। ਤੇ ਨੈਟ ਟਰਾਂਸਫਰ ਪੇਮੈਂਟਸ ਕਰਦਾ ਹੈ। ਕਈ ਵਾਰ ਕਿਆ ਹੁੰਦਾ, ਜਿਹੜੀਆਂ ਸਾਡੀ ਪੈਨਸ਼ਨ ਹੈ ਜਾਂ ਸਾਡੀ ਸਕੋਲਰਸ਼ਿਪ ਹੈ ਉਹ ਰੈਸਟ ਆਫ ਦੀ ਵਰਲਡ ਐਕਸਟਰਨਲ ਸੈਕਟਰ ਮਤਲਬ ਇੰਡੀਆ ਤੋਂ ਬਾਹਰ, ਸਾਡੀ ਕੰਟਰੀ ਤੋਂ ਬਾਹਰ ਤੋਂ ਜਿਹੜੀ ਹੈ ਸਾਡੇ ਕੋਲ ਆ ਰਹੀ ਹੁੰਦੀ ਹੈ। ਠੀਕ ਹੈ, ਇਸ ਕੇਸ ਦੇ ਵਿੱਚ ਜਿਹੜੀਆਂ ਪੇਮੈਂਟਸ ਹੈ ਉਹ ਪੈਸਾ ਜਿਹੜਾ ਹੈ ਉਹ ਰੈਸਟ ਆਫ ਦੀ ਵਰਲਡ ਤੋਂ ਹਾਊਸ ਹੋਲਡ ਸੈਕਟਰ 'ਚ ਆ ਰਿਹਾ। ਇੱਦਾਂ ਹੀ ਕੁਝ ਫੈਕਟਰ ਇਨਕਮਸ ਹੁੰਦੀਆਂ ਹੈ ਸਾਡੀਆਂ, ਠੀਕ ਹੈ, ਜੋ ਕਿ ਸਾਡੀਆਂ ਰੈਸਟ ਆਫ ਵਰਲਡ ਤੋਂ ਹਾਊਸ ਹੋਲਡ ਸੈਕਟਰ ਨੂੰ ਰਿਸੀਵ ਹੋ ਰਹੀਆਂ ਹੁੰਦੀਆਂ ਨੇ। ਠੀਕ ਹੈ, ਦੇਖੋ ਨੈਕਸਟ ਹੈ ਸਾਡੇ ਕੋਲ ਪ੍ਰੋਡਿਊਸਰ ਸੈਕਟਰ। ਪ੍ਰੋਡਿਊਸਰ ਸੈਕਟਰ ਦੇ ਨਾਲ ਕੀ ਸੰਬੰਧ ਹੈ? ਪ੍ਰੋਡਿਊਸਰ ਸੈਕਟਰ ਜਿਹੜਾ ਹੈ ਉਹ ਐਕਸਪੋਰਟ ਤੇ ਇੰਪੋਰਟ ਕਰਦਾ ਹੈ ਗੁੱਡਸ ਦਾ। ਠੀਕ ਹੈ, ਜਦੋਂ ਐਕਸਪੋਰਟ ਕੀਤਾ ਜਾਂਦਾ ਹੈ ਗੁੱਡਸ ਦਾ ਤਾਂ ਸਾਨੂੰ ਰੈਸਟ ਆਫ ਦੀ ਵਰਲਡ ਤੋਂ ਇਨਕਮ ਰਿਸੀਵ ਹੁੰਦੀ ਹੈ ਤੇ ਜਦੋਂ ਪ੍ਰੋਡਿਊਸਰ ਸੈਕਟਰ ਰੈਸਟ ਆਫ ਦੀ ਵਰਲਡ ਸੈਕਟਰ ਤੋਂ ਇੰਪੋਰਟ ਕਰਦਾ ਹੈ ਗੁੱਡਸ, ਬਾਹਰੋਂ ਮੰਗਵਾਉਂਦਾ ਹੈ ਗੁੱਡਸ, ਤਾਂ ਪ੍ਰੋਡਿਊਸਰ ਸੈਕਟਰ ਨੂੰ ਉਹਨਾਂ ਦੇ ਬਦਲੇ ਵਿੱਚ ਪੇਮੈਂਟ ਕਰਨੀ ਪੈਂਦੀ ਹੈ ਰੈਸਟ ਆਫ ਦੀ ਵਰਲਡ ਸੈਕਟਰ ਨੂੰ। ਠੀਕ ਹੈ, ਪੈਸਾ ਇਨਕਮ ਦੇ ਰੂਪ ਵਿੱਚ, ਐਕਸਪੋਰਟ ਦੇ ਰੂਪ ਵਿੱਚ ਇਨਕਮ ਬਣ ਕੇ ਪ੍ਰੋਡਿਊਸਰ ਸੈਕਟਰ ਕੋਲ ਆ ਰਿਹਾ ਤੇ ਪ੍ਰੋਡਿਊਸਰ ਸੈਕਟਰ ਇੰਪੋਰਟ ਦੇ ਬਦਲੇ ਵਿੱਚ ਪੇਮੈਂਟ ਕਰਕੇ ਉਹੀ ਪੈਸਾ ਬਾਹਰ ਨੂੰ ਭੇਜ ਰਿਹਾ ਹੈ। ਇਹ ਵੀ ਇਨਕਮ ਦਾ ਫਲੋ ਚੱਲ ਰਿਹਾ ਹੈ। ਤੇ ਹਾਊਸ ਹੋਲਡ ਸੈਕਟਰ ਦੇ ਨਾਲ ਰੈਸਟ ਆਫ ਵਰਲਡ ਜਿਹੜਾ ਹੈ ਉਹ ਸਿਰਫ ਪੇਮੈਂਟ ਕਰ ਰਿਹਾ ਹੈ ਫੈਕਟਰ ਇਨਕਮ ਦੀ। ਫੈਕਟਰ ਇਨਕਮ ਜਿੱਦਾਂ ਕਿ ਸਾਡੇ ਕੋਲ ਰੈਂਟ, ਵੇਜਿਸ, ਇੰਟਰਸਟ ਜਾਂ ਪ੍ਰੋਫਿਟ ਜਿਹੜਾ ਹੈ ਉਹ ਸਾਡੇ ਕੋਲ ਫੈਕਟਰ ਇਨਕਮ ਸੀਗੀਆਂ, ਜਿਵੇਂ ਆਪਾਂ ਪ੍ਰੋਡਿਊਸਰ ਸੈਕਟਰ ਨੂੰ ਦਿੱਤੀਆਂ ਸੀਗੀਆਂ, ਹੋ ਸਕਦਾ ਅਸੀਂ ਰੈਸਟ ਆਫ ਦੀ ਵਰਲਡ ਸੈਕਟਰ ਨੂੰ ਵੀ ਦਿੱਤੀਆਂ ਹੋਵੇ, ਉਹਦੇ ਬਦਲੇ ਵਿੱਚ ਸਾਨੂੰ ਫੈਕਟਰ ਇਨਕਮਸ ਆਉਂਦੀਆਂ। ਇੱਦਾਂ ਹੀ ਟਰਾਂਸਫਰ ਪੇਮੈਂਟਸ ਵੀ ਬਾਹਰੋਂ ਜਿਹੜੀਆਂ ਹੈ ਉਹ ਹਾਊਸ ਹੋਲਡ ਸੈਕਟਰ ਨੂੰ ਪੇ ਕੀਤੀਆਂ ਜਾਂਦੀਆਂ। ਐਕਸਟਰਨਲ ਸੈਕਟਰ ਸਾਡੇ ਦੇਸ਼ ਦੇ ਬਾਹਰੋਂ, ਆਪਣੀ ਕੰਟਰੀ ਤੋਂ ਆਊਟਸਾਈਡ। ਇਹ ਹੈ ਸਾਡਾ 4 ਸੈਕਟਰ ਮਾਡਲ, ਜਿਹਦੇ ਵਿੱਚ ਸਾਡੇ ਇਹ ਤਿੰਨੋਂ ਸੈਕਟਰ ਪਹਿਲਾਂ ਵਾਲੇ ਇਨਕਲੂਡ ਹੈ ਪਲੱਸ ਚੌਥਾ ਸੈਕਟਰ ਸਾਡੇ ਕੋਲ ਐਕਸਟਰਨਲ ਸੈਕਟਰ। ਜਦੋਂ ਵੀ ਪੇਪਰ ਦੇ ਵਿੱਚ ਤੁਹਾਨੂੰ 4 ਸੈਕਟਰ ਮਾਡਲ ਦਾ ਕੁਐਸਚਨ ਆਉਂਦਾ ਹੈ ਤਾਂ ਸਿਰਫ ਤੁਸੀਂ ਇਸ ਚੀਜ਼ ਨੂੰ ਐਕਸਪਲੇਨ ਨਹੀਂ ਕਰਨਾ, ਸਿਰਫ 4 ਸੈਕਟਰ ਨੂੰ ਐਕਸਪਲੇਨ ਨਹੀਂ ਕਰਨਾ, ਆਪਾਂ ਸਾਰੀ ਚੀਜ਼ ਨੂੰ ਐਕਸਪਲੇਨ ਕਰਨਾ ਹੈ। ਤੇ ਕੁਐਸਚਨ ਕਰਨ ਦੇ ਟਾਈਮ ਇਹ ਡਾਇਗਰਾਮ ਜਿਹੜੀ ਹੈ ਉਹਨੂੰ ਪ੍ਰਪੇਅਰ ਕਰਨਾ ਹੈ। ਹਾਊਸ ਹੋਲਡ ਸੈਕਟਰ ਦਾ ਪ੍ਰੋਡਿਊਸਰ ਸੈਕਟਰ ਨਾਲ ਕੀ ਸੰਬੰਧ ਹੈ, ਗਵਰਨਮੈਂਟ ਸੈਕਟਰ ਨਾਲ ਕੀ ਹੈ ਤੇ ਰੈਸਟ ਆਫ ਵਰਲਡ ਦਾ, ਇਹਨਾਂ ਚਾਰਾਂ ਸੈਕਟਰ ਦਾ ਆਪਸ ਦੇ ਵਿੱਚ ਕੀ ਸੰਬੰਧ ਹੈ ਉਹਦੇ ਬਾਰੇ ਵਿੱਚ ਜਿਹੜਾ ਹੈ ਉਹ ਲਿਖਣਾ ਹੁੰਦਾ ਹੈ। ਠੀਕ ਹੈ, ਅਗਰ ਤੁਸੀਂ ਪੁਆਇੰਟ ਬਣਾ ਕੇ ਲਿਖੋਗੇ ਤਾਂ ਤੁਹਾਨੂੰ ਮਾਰਕਸ ਜਿਹੜੇ ਆ ਉਹ ਜ਼ਿਆਦਾ ਮਿਲਣਗੇ। ਅਗਰ ਤੁਸੀਂ ਪੁਆਇੰਟ ਬਣਾ ਕੇ ਨਹੀਂ ਲਿਖੋਗੇ ਤਾਂ ਪੈਰੇ ਦੇ ਰੂਪ ਵਿੱਚ ਲਿਖੋਗੇ ਤਾਂ ਤੁਹਾਨੂੰ ਜਿਹੜੇ ਆ ਮਾਰਕਸ ਘੱਟ ਮਿਲਣੇ ਆ। ਇਸ ਲਈ ਜਦੋਂ ਵੀ ਕੁਐਸਚਨ ਅਟੈਂਪਟ ਕਰਨਾ ਹੈ ਹਾਊਸ ਹੋਲਡ ਸੈਕਟਰ, ਪ੍ਰੋਡਿਊਸਰ ਸੈਕਟਰ, ਗਵਰਨਮੈਂਟ ਸੈਕਟਰ ਤੇ ਜਿਹੜਾ ਰੈਸਟ ਆਫ ਦੀ ਵਰਲਡ ਸੈਕਟਰ ਹੈ, ਇਹਨਾਂ ਨੂੰ ਇਕੱਲੇ ਇਕੱਲੇ ਐਕਸਪਲੇਨ ਕਰਨਾ ਹੈ ਹੈਡਿੰਗ ਬਣਾ ਕੇ, ਤੇ ਇਹਨਾਂ ਦੀ ਜੋ ਵੀ ਵਰਕਿੰਗ ਹੈਗੀ ਹੈ ਇਨਕਮ ਦਾ ਜਿੱਦਾਂ ਵੀ ਫਲੋ ਚੱਲ ਰਿਹਾ ਹੈ ਉਹਨੂੰ ਵੀ ਡਿਸਕਸ ਕਰਨਾ ਹੈ। ਥੈਂਕ ਯੂ ਸਟੂਡੈਂਟਸ, ਇਹ ਸੀਗਾ ਤੁਹਾਡਾ 4 ਸੈਕਟਰ ਮਾਡਲ।